Good morning, grade 9th. I hope you all are well and fit and fine at your home. Class, ਅਸੀਂ ਪਿਛਲੇ ਲੈਕਚਰ ਵਿੱਚ ਪੜ੍ਹ ਰਹੇ ਸਾਂ ਪਾਠ ਨੰਬਰ 1 ਜਨਮ ਦਿਨ। ਬੱਚੇ ਅੱਜ ਅਸੀਂ ਉਸ ਦੀ ਦੂਜਾ ਭਾਗ ਪੜਾਂਗੇ। ਇਹ ਸੁਣਦੇ ਸਾਰ ਦੇਵਕੀ ਨੇ ਉੱਠ ਕੇ ਜੋਤੀ ਨੂੰ ਆਪਣੀ ਗੋਦੀ ਵਿੱਚ ਲੈ ਲਿਆ। ਇਹ ਮੇਰਾ ਲਾਲ ਜਾਏਗਾ, ਐਡੇ ਵੱਡੇ ਮੰਤਰੀ ਕੋਲ ਮੈਂ ਸਦਕੇ ਜਾਵਾਂ। ਫਿਰ ਘੁੱਟ ਕੇ ਜੋਤੀ ਨੂੰ ਛਾਤੀ ਨਾਲ ਲਾ ਲਿਆ। ਦੇਵਕੀ ਦਾ ਚਿਹਰਾ ਉਸ ਵੇਲੇ ਕਿਸੇ ਤੇਜਸਵੀ ਦੇ ਚਿਹਰੇ ਨਾਲੋਂ ਘੱਟ ਨਹੀਂ ਸੀ ਚਮਕ ਰਿਹਾ। ਪਤਨੀ ਨੂੰ ਖੁਸ਼ ਹੁੰਦਿਆਂ ਵੇਖ ਕੇ ਜੁਗਲ ਪ੍ਰਸਾਦ ਹੋਰ ਗਦਗਦ ਹੋ ਗਿਆ। ਜੋਤੀ ਨੇ ਅੱਜ ਉਸ ਦੀ ਗੱਲ ਰੱਖ ਵਿਖਾਈ ਸੀ। ਫਿਰ ਅੱਖਾਂ ਮੀਟ ਲਈਆਂ ਤਾਂ ਜੋ ਉਹ ਸਾਰੀ ਖੁਸ਼ੀ ਨੂੰ ਆਪਣੇ ਅੰਦਰ ਸਿੰਜਰ ਲਈ। ਪਰ ਝੱਟ ਹੀ ਅੱਖਾਂ ਖੋਲ ਕੇ ਉਸਨੇ ਦੇਵਕੀ ਨੂੰ ਆਖਿਆ, ਹਾਂ ਸੱਚ, ਮੈਂ ਇਹ ਤਾਂ ਤੈਨੂੰ ਦੱਸਣਾ ਭੁੱਲ ਗਿਆ ਕਿ ਜੋਤੀ ਲਈ ਕੁਝ ਖਾਸ ਤਰ੍ਹਾਂ ਦੇ ਕੱਪੜੇ ਤਿਆਰ ਕਰਨੇ ਨੇ। ਉੱਥੇ ਪਾ ਕੇ ਜਾਣ ਲਈ। ਫਿਰ ਐਨਕ ਠੀਕ ਕਰਕੇ ਚਿੱਠੀ ਪੜ੍ਹਦਿਆਂ ਪੜ੍ਹਦਿਆਂ ਹੀ ਆਖਦਾ ਗਿਆ, ਚਿੱਟੀ ਕਮੀਜ਼, ਚਿੱਟੀ ਨਿੱਕਰ, ਚਿੱਟੀਆਂ ਜਰਾਬਾਂ, ਇੱਕ ਸੁਨਹਿਰੀ ਹਾਰ। ਇਹਨਾਂ ਚੀਜ਼ਾਂ ਦਾ ਨਾਂ ਸੁਣਦੇ ਹੀ ਦੇਵਕੀ ਦੀ ਖੁਸ਼ੀ ਕਾਫੂਰ ਹੋ ਗਈ। ਮੀਨਸ ਉਹਨਾਂ ਨੂੰ ਹੁਣ ਟੈਨਸ਼ਨ ਪੈ ਗਈ ਕਿ ਇਹ ਸਭ ਚੀਜ਼ਾਂ ਦਾ ਜਿਹੜਾ ਹੈ ਉਹ ਇੰਤਜ਼ਾਮ ਕਿੱਦਾਂ ਕਰਨਗੇ। ਉਹਨਾਂ ਦੀ ਖੁਸ਼ੀ ਤਾਂ ਉਹਦੀ ਉੱਡ ਗਈ। ਉਸਦੇ ਮੂੰਹ ਉੱਤੇ ਆ ਰਿਹਾ ਖਿੜਾਓ ਉੱਥੇ ਹੀ ਰੁਕ ਗਿਆ। ਫਿਰ ਹੌਲੀ ਹੌਲੀ ਖਿੜਾਓ ਦੀ ਥਾਂ ਚਿੰਤਾ, ਦੁੱਖ ਤੇ ਕਲੇਸ਼ ਨੇ ਮੰਨ ਲਈ। ਉਸ ਇੰਝ ਅਨੁਭਵ ਕੀਤਾ, ਉਹਨੇ ਇੱਦਾਂ ਫੀਲ ਕੀਤਾ, ਮਹਿਸੂਸ ਕੀਤਾ ਕਿ ਜਿਵੇਂ ਉਹ ਖੇੜੇ ਦੇ ਮਹਿਲ ਤੋਂ ਦੂਰ ਵੇਖ ਕੇ ਖੁਸ਼ ਹੋ ਗਈ। ਅਤੇ ਜਿਉਂ ਹੀ ਉਸਨੇ ਖੁਸ਼ੀ ਦੇ ਅੰਦਰ ਉਸ ਮਹਿਲ ਵਿੱਚ ਪੈਰ ਧਰਿਆ, ਕਿਸੇ ਨੇ ਅਚਾਨਕ ਹੀ ਖੇੜੇ ਦੇ ਮਹਿਲ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ। ਕੀ ਗੱਲ ਏ? ਉਦਾਸ ਹੋ ਗਈ ਹੈ। ਜੁਗਲ ਪ੍ਰਸਾਦ ਨੂੰ ਇਸ ਖੁਸ਼ੀ ਦੀ ਘੜੀ ਸਮੇਂ ਉਸਦਾ ਬਿਲ ਬਤੌਰੀ ਵਰਗਾ ਮੂੰਹ ਜਰਾ ਨਾ ਪਾਇਆ। ਮੀਨਸ ਐਵੇਂ ਬੇਫੂਫਾ ਵਾਲਾ ਮੂੰਹ ਬਣਾ ਲਿਆ, ਸਿੱਟ ਲਿਆ, ਤੇ ਉਹਨੂੰ ਨਹੀਂ ਚੰਗਾ ਲੱਗਾ ਕਿਉਂਕਿ ਉਹਦੇ ਪੁੱਤਰ ਦੀ ਖੁਸ਼ੀ ਹੀ ਏਡੀ ਵੱਡੀ ਸੀ। ਮੈਂ ਸੋਚਦੀ ਹਾਂ ਇਹਨਾਂ ਚੀਜ਼ਾਂ ਵਾਸਤੇ ਪੈਸੇ ਕਿੱਥੋਂ ਲਿਆਵਾਂਗੀ। ਅੱਜ ਤੇ ਮਹੀਨੇ ਦੀ 26 ਤਰੀਕ ਏ, ਘਰ ਮਸਾਂ 10-12 ਆਨੇ ਨੇ। ਦਾਲ ਸਬਜ਼ੀ ਲਈ ਹਾਲਾਤਾਂ ਪਿੱਛੇ ਮੰਗੇ। ਇਸ ਕਾਡੜੀ ਅਸਲੀਅਤ ਨੇ ਜਿਵੇਂ ਜੁਗਲ ਪ੍ਰਸਾਦ ਨੂੰ ਵੀ ਹੇਠਾਂ ਪਟਕ ਮਾਰਿਆ ਹੋਵੇ। ਉਹ ਤਾਂ ਹਾਲਾਤੀ ਖੇੜੇ ਦੇ ਗਗਨ ਉੱਤੇ ਹੀ ਪਤੀਰੀ ਪਿਆਰ ਦੇ ਖੰਭ ਲਾਈ ਉਡਾਰੀਆਂ ਲਾਈ ਜਾ ਰਿਹਾ ਸੀ। ਪਿਤਰੀ ਪਿਆਰ ਮੀਨਸ ਬੱਚੇ, ਉਹ ਪਿਤਰੀ ਜਿਹੜਾ ਪਿਆਰ ਹੁੰਦਾ, ਪਿਤਾ ਦਾ ਪਿਆਰ, ਉਹ ਹੀ ਸੋਚੀ ਜਾ ਰਿਹਾ ਸੀ ਕਿ ਉਹਨੇ ਇੱਕ ਐਜ਼ ਏ ਪਿਤਾ ਉਹਨੇ ਕੀ ਕਰਨਾ ਹੈ। ਉਸਦਾ ਇਸ ਜ਼ਰੂਰੀ ਪਾਸੇ ਪਹਿਲਾਂ ਧਿਆਨ ਨਹੀਂ ਸੀ ਗਿਆ। ਜਿਵੇਂ ਸਵਾਦਿਸ਼ਟ ਭੋਜਨ ਲਈ ਜਲਦੀ ਖਾਧਾ ਗਿਆ, ਦੰਦਾਂ ਹੇਠਾਂ ਆ ਕੇ ਕੱਟੇਗੀ ਜੀਭ ਸਾਰੇ ਸਵਾਦ ਦਾ ਸਾਰੇ ਸਵਾਦ ਨੂੰ ਮਾਰ ਦਿੰਦੀ ਹੈ। ਕੁਝ ਇਸ ਤਰ੍ਹਾਂ ਬੇਸਵਾਦੀ ਜੁਗਲ ਪ੍ਰਸਾਦ ਨੇ ਦੇਵਕੀ ਦੀ ਅਸਲੀਅਤ ਵਰਗੀ ਕੋੜੀ ਗੱਲ ਸੁਣ ਕੇ ਅਨੁਭਵ ਕੀਤਾ। ਉਸਨੂੰ ਆਪਣੀ ਤੰਗ ਮਾਇਕ ਹਾਲਤ ਉੱਤੇ ਬੜੀ ਖਿਝ ਆਈ, ਜਿਹੜੀ ਕਦਮ ਉੱਤੇ ਉਸਦਾ ਰਾਹ ਆਣ ਰੋਕਦੀ ਸੀ। ਫਿਰ ਉਸ ਦੀ ਇਹ ਖਿਝ ਕ੍ਰੋਧ ਬਣ ਦੇਵਕੀ ਉੱਤੇ ਵਸ ਪਈ। ਬਸ ਤੂੰ ਤਾਂ ਹਰ ਵੇਲੇ ਇਹੋ ਜਿਹੀ ਰੋਂਦੀ ਰਿਹਾ ਕਰ। ਲੋਕੀ ਇਹੋ ਜਿਹੇ ਮੌਕਿਆਂ ਲਈ ਤਰਸਦੇ ਨੇ, ਤੂੰ ਹੈ ਕੀ? ਓਹੋ, ਤੁਸੀਂ ਤੇ ਐਵੇਂ ਹੀ ਪਏ ਗਰਮ ਹੁੰਦੇ ਹੋ। ਕੀ ਮੈਂ ਨਹੀਂ ਚਾਹੁੰਦੀ ਮੇਰੇ ਲਾਲ ਦੀ ਸ਼ਾਨ ਵਧੇ? ਪਰ ਇਹਨਾਂ ਦਾ ਚੀਜ਼ਾਂ ਦਾ ਇੰਤਜ਼ਾਮ ਕਰਨ ਨਾਲ ਹੀ ਹੋਣਾ ਹੈ। ਐਵੇਂ ਥੁੱਕਾਂ ਨਾਲ ਤਾਂ ਵੜੇ ਨਹੀਂ ਪੱਕਦੇ। ਭਾਵੇਂ ਕੁਝ
ਹੋ ਜਾਏ ਇਹਨਾਂ ਚੀਜ਼ਾਂ ਦਾ ਇੰਤਜ਼ਾਮ ਮੈਂ ਕਰਕੇ ਹੀ ਛੱਡਾਂਗਾ। ਜੁਗਲ ਪ੍ਰਸਾਦ ਕਹਿੰਦਾ ਕੁਝ ਵੀ ਹੋ ਜਾਏ ਪਰ ਮੈਂ ਜਿਹੜੀਆਂ ਚੀਜ਼ਾਂ ਬੱਚੇ ਨੂੰ ਜ਼ਰੂਰੀ ਚਾਹੀਦੀਆਂ ਨੇ ਤੇ ਇਹਨਾਂ ਦਾ ਇੰਤਜ਼ਾਮ ਕਰਕੇ ਹੀ ਛੱਡਾਂਗਾ। ਜੁਗਲ ਪ੍ਰਸਾਦ ਨੇ ਦ੍ਰਿੜਤਾ ਨਾਲ ਕਿਹਾ, ਮਤਲਬ ਉਹਨੇ ਆਪਣੇ ਕਠੋਰ ਇਰਾਦੇ ਨਾਲ, ਪਕਿਆਈ ਨਾਲ ਕਿਹਾ। ਮੈਂ ਵੇਖਦੀ ਹਾਂ ਗੁੱਡੀ ਦੀ ਬੁਗਨੀ ਵਿੱਚ ਕਿੰਨੇ ਪੈਸੇ ਨੇ। ਉਹ ਰੋਵੇਗੀ ਤਾਂ ਸਹੀ ਪਰ ਮੈਂ ਉਸ ਨੂੰ ਪਰਚਾ ਲਵਾਂਗੀ। ਤੇ ਉਹ ਬੁਗਨੀ ਲੈ ਚਲੇ ਗਈ। ਦੇਵਕੀ ਦੇ ਜਾਣ ਉੱਤੇ ਜੁਗਲ ਪ੍ਰਸਾਦ ਨੇ ਸੋਚਿਆ, ਮੈਂ ਐਵੇਂ ਹੀ ਦੇਵਕੀ ਵਿਚਾਰੀ ਉੱਤੇ ਗੁੱਸਾ ਹੋਣ ਲੱਗ ਜਾਂਦਾ ਹਾਂ। ਇਹ ਪੈਸੇ ਦੀ ਘਾਟ ਮੈਨੂੰ ਹਮੇਸ਼ਾ ਗੁੱਸਾ ਚੜਾ ਦਿੰਦੀ ਹੈ। ਇਹ ਵੀ ਕੀ ਜ਼ਿੰਦਗੀ ਹੋਈ, ਪੈਸੇ ਲਈ ਝਬਕਦੇ ਫਿਰਨਾ ਮੀਨਸ ਤਰਸਦੇ ਰਹਿਣਾ। ਕੀ ਸਾਡੇ ਗਰੀਬਾਂ ਦਾ ਇਤਨਾ ਵੀ ਹੱਕ ਨਹੀਂ ਕਿ ਅਸੀਂ ਆਪਣੇ ਹੋਣਹਾਰ ਲੜਕੇ ਦੀ ਇੱਕ ਨਿੱਕੀ ਜਿਹੀ ਖੁਸ਼ੀ ਨੂੰ ਖਰੀਦ ਸਕੀਏ ਤੇ ਇਹ ਅਮੀਰ ਹਜ਼ਾਰਾਂ ਰੁਪਏ ਐਵੇਂ ਹੀ ਅਯਾਸ਼ੀ ਵਿੱਚ ਰੋੜਦੇ ਫਿਰਦੇ ਨੇ। ਅਸੀਂ ਗਰੀਬ ਉਤਨਾ ਚਿਰ ਨਹੀਂ ਉੱਠ ਸਕਾਂਗੇ ਜਿਤਨਾ ਚਿਰ ਅਸੀਂ ਆਪ ਯਤਨ ਨਹੀਂ ਕਰਾਂਗੇ। ਅਮੀਰਾਂ ਨੇ ਤਾਂ ਨਾ ਸਾਨੂੰ ਉਠਾਲਣਾ ਹੈ ਤੇ ਨਾ ਹੀ ਕਦੇ ਉੱਠਣ ਦੇਣਾ ਹੈ। ਫਿਰ ਉਸਦਾ ਧਿਆਨ ਦੇਵਕੀ ਵੱਲ ਗਿਆ, ਜਿਹੜੀ ਵਿਚਾਰੀ ਜਦੋਂ ਦੀ ਵਿਆਹੀ ਗਈ ਸੀ ਤੰਗੀ ਤੁਸ਼ਟੀ ਦੇ ਪੁੜਾਂ ਵਿੱਚ ਹੀ ਪਿਸ ਰਹੀ ਸੀ। ਹੁਣ ਉਸਦੇ ਮਨ ਵਿੱਚ ਦੇਵਕੀ ਲਈ ਵਧੇਰੇ ਤਰਸ ਸੀ। ਵਿਚਾਰੀ ਕੀ ਕਰੇ, ਬੜੀ ਮੁਸ਼ਕਿਲ ਨਾਲ 150 ਵਿੱਚ 5 ਬੱਚਿਆਂ ਨੂੰ ਪਾਲਦੀ ਏ। ਮੈਂ ਕਿਹਾ ਜੀ ਗੁੱਡੀ ਦੀ ਬੁਗਨੀ ਚੋਂ 7.5 ਆਨੇ ਨਿਕਲੇ ਨੇ ਤੇ ਜੋਤੀ ਦੀ ਬੁਗਨੀ ਚੋਂ 12 ਆਨੇ ਨਿਕਲੇ ਨੇ। ਜੁਗਲ ਪ੍ਰਸਾਦ ਨੇ ਵੇਖਿਆ ਕਿ ਉਹ ਵਿਚਾਰੀ ਯਤਨ ਕਰ ਰਹੀ ਸੀ ਕਿਸੇ ਤਰ੍ਹਾਂ ਮੇਰਾ ਲਾਲ ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਤਿਆਰ ਹੋ ਕੇ ਐਤਵਾਰ ਨੂੰ ਸਕੂਲ ਜਾ ਸਕੇ। ਉਹ ਸੋਚਿਆ, ਸਕੂਲ ਵਾਲਿਆਂ ਤਾਂ ਆਪਣੇ ਵੱਲੋਂ ਸਾਡੇ ਬੱਚੇ ਨੂੰ ਮਾਰ ਦਿੱਤਾ ਹੈ, ਪਰ ਉਹ ਕੀ ਜਾਣਨ ਕਿ ਉਹ ਸਾਡੇ ਮਾਣ ਲਈ ਹੀ ਜ਼ਹਿਮਤ ਬਣ ਜਾਏਗਾ। ਅੱਛਾ, ਪਰਵਾਹ ਨਹੀਂ, ਭਾਵੇਂ ਕੁਝ ਵੀ ਹੋ ਜਾਏ ਮੇਰੇ ਬੱਚਿਆਂ ਨੂੰ ਐਤਵਾਰ ਸਾਰੀਆਂ ਚੀਜ਼ਾਂ ਮਿਲਣੀਆਂ ਚਾਹੀਦੀਆਂ ਹਨ। ਅੱਜ ਵੀਰਵਾਰ ਹੈ, ਵਿੱਚੋਂ ਦਿਨ ਤੇ ਹੋਏ ਸ਼ੁੱਕਰਵਾਰ ਸ਼ਨੀਵਾਰ। ਕੋਈ ਗੱਲ ਨਹੀਂ, ਮੈਂ ਸੋਚ ਕੇ ਉਹ ਪੱਕੇ ਇਰਾਦੇ ਨਾਲ ਘਰੋਂ ਬਾਹਰ ਨਿਕਲ ਗਿਆ। ਕਿਸੇ ਤੋਂ ਕੁਝ ਪੈਸੇ ਫੜਨ ਲਈ ਬਿਨਾਂ ਇਸ ਗੱਲ ਨੂੰ ਅਨੁਭਵ ਕੀਤੇ ਕਿ ਮੈਂ ਹੁਣ ਹੀ ਦਫ਼ਤਰ ਤੋਂ ਥੱਕਾ ਟੁੱਟਾ ਆਇਆ ਹਾਂ। ਘੰਟਿਆਂ ਪਿੱਛੋਂ ਜਦੋਂ ਉਹ ਮੁੜਿਆ ਤਾਂ ਉਸਦੀ ਜੇਬ ਵਿੱਚ ਰੁਪਏ ਦੇ 3 ਨੋਟ ਸਨ। ਇਹਨਾਂ ਨੂੰ ਰੁਪਇਆਂ ਦਾ ਉਧਾਰ ਲੈ ਕੇ ਕਿੰਨੀਆਂ ਅੱਗੇ ਲੜੀਆਂ ਲੈਣੀਆਂ ਪਈਆਂ ਸਨ ਤੇ ਤਦ ਜਾ ਕੇ ਉਹ ਇੱਕ ਮਿੱਤਰ ਕੋਲੋਂ 3 ਰੁਪਏ ਫੜ ਸਕਿਆ ਸੀ। ਘਰ ਆ ਕੇ ਬਜਟ ਵਿੱਚ ਆ ਪਈ ਨਵੀਂ ਤਰੇੜ ਉੱਤੇ ਵਿਚਾਰ ਕੀਤੀ ਗਈ। ਇੱਕ ਫੱਟੀ ਸਫੇਦ ਚਾਦਰ ਵਿੱਚੋਂ ਗੁਆਂਢਣ ਦੀ ਮਸ਼ੀਨ ਲੈ ਇਸ ਦੀ ਕਮੀਜ਼ ਤਾਂ ਤਿਆਰ ਕਰ ਲਵਾਂਗੀ। ਹਾਂ, ਚਿੱਟੀ ਨਿੱਕਰ ਦਾ ਕੱਪੜਾ ਬਾਜ਼ਾਰੋਂ ਲੈਣਾ ਪਵੇਗਾ ਤੇ ਸੁਆਉਣੀ ਦਰਜੀ ਤੋਂ ਪਵੇਗੀ। ਮੈਨੂੰ ਨਿੱਕਰ ਸੀਨ ਦੀ ਜਾਂਚ ਨਹੀਂ। ਦੇਵਕੀ ਨੇ ਪਤੀ ਨੂੰ ਇਹਨਾਂ ਪੈਸਿਆਂ ਨਾਲ ਕੰਮ ਸਾਰਨ ਦੀ ਤਰਕੀਬ ਦੱਸਦਿਆਂ ਕਿਹਾ। ਦੇਵਕੀ ਕੋਲੋਂ ਬੁਗਨੀਆਂ ਵਿੱਚੋਂ ਨਿਕਲੇ ਭੰਨ ਤੋੜ ਕੇ ਲੈ ਗਏ ਪੈਸੇ। ਜਦੋਂ ਘਰੋਂ ਤੁਰਨ ਲੱਗਾ ਤਾਂ ਵੇਖਿਆ ਕਿ ਜੋਤੀ ਘਰ ਨਹੀਂ ਸੀ। ਸਾਰੇ ਪਾਸੇ ਭਾਲਿਆ ਪਰ ਕਿੱਧਰ ਨਜ਼ਰ ਨਹੀਂ ਆਇਆ। ਭਾਵੇਂ ਇਸ ਸਮੇਂ ਥੋੜਾ ਚਿਰ ਹਨੇਰਾ ਹੋ ਗਿਆ ਸੀ, ਪਰ ਜੁਗਲ ਪ੍ਰਸਾਦ ਨਹੀਂ ਚਾਹੁੰਦਾ ਕਿ ਇਸ ਕੰਮ ਵਿੱਚ ਹੋਰ ਦੇਰੀ ਕੀਤੀ ਜਾਏ। ਉਹ ਆਪ ਹੀ ਜੋਤੀ ਨੂੰ ਲੱਭਣ ਚਲਾ ਗਿਆ। ਉਸ ਵੇਖਿਆ ਕਿ ਬਾਹਰ ਗਲੀ ਵਿੱਚ ਜੋਤੀ ਮੁੰਡਿਆਂ ਨਾਲ ਖੇਡ ਰਿਹਾ ਹੈ। ਉਸ ਨੂੰ ਇਸ ਤਰ੍ਹਾਂ ਨਿਸ਼ਚਿੰਤ ਵੇਖ ਕੇ ਉਹ ਸੋਚਿਆ, ਸੱਚ ਕਹਿੰਦੇ ਨੇ ਬਚਪਨ ਬਾਦਸ਼ਾਹੀ ਹੁੰਦੀ ਹੈ। ਇਸ ਨੂੰ ਕੋਈ ਫਿਕਰ ਨਹੀਂ ਆਪਣੇ ਕੱਪੜੇ ਦਾ ਬੰਦੋਬਸਤ ਕਰਨ ਦਾ। ਮਾਪੇ ਆਪੇ ਪਏ ਫਿਕਰ ਕਰਨ। ਕੋਈ 2 ਘੰਟਿਆਂ ਪਿੱਛੋਂ ਜਦੋਂ ਜੁਗਲ ਪ੍ਰਸਾਦ ਤੇ ਜੋਤੀ ਘਰ ਨੂੰ ਮੁੜ ਰਹੇ ਸਨ ਤਾਂ ਦੋਵਾਂ ਦੇ ਚਿਹਰੇ ਉੱਤੇ ਖਿੜੇ ਹੋਏ ਸਨ। ਜੋਤੀ ਤਾਂ ਇਸ ਲਈ ਖੁਸ਼ ਸੀ ਕਿ ਅੱਜ ਉਸ ਨੂੰ ਨਵੇਂ ਬੂਟ, ਜੁਰਾਬਾਂ ਅਤੇ ਨਿੱਕਰ ਦਾ ਕੱਪੜਾ ਆਦਿ ਚੀਜ਼ਾਂ ਖਰੀਦਣ ਗਏ ਸਨ।
ਜੁਗਲ ਪ੍ਰਸਾਦ ਇਸ ਔਕੜ ਨੂੰ ਹੱਲ ਕਰਨ ਪਿੱਛੋਂ ਇਸ ਕਰਕੇ ਖੁਸ਼ ਸੀ ਕਿ ਉਹ ਆਪਣੇ ਹੋਣਹਾਰ ਬੱਚੇ ਨੂੰ ਮੰਤਰੀ ਜੀ ਦੇ ਜਨਮ ਦਿਨ ਦੇ ਸਮਾਗਮ ਤੇ ਹਰ ਹਾਲਾਤ ਵਿੱਚ ਘੱਲੇਗਾ। ਉਹ ਦਰਜੀ ਨੂੰ ਸ਼ਨਿਚਰਵਾਰ ਦੀ ਨਿੱਕਰ ਦੇਣ ਦੀ ਪੱਕੀ ਤਾਕੀਦ ਕਰ ਆਇਆ। ਉਹ ਰਸਤੇ ਵਿੱਚ ਸੋਚਦਾ ਹੈ ਕਿ ਸੱਚ ਕਹਿੰਦੇ ਨੇ ਕਿ ਇੱਕ ਹੋਣਹਾਰ ਬੱਚੇ ਹੀ ਘਰ ਦਾ ਨਾਂ ਚਮਕਾ ਦਿੰਦਾ ਹੈ। ਐਤਵਾਰ ਵਾਲੇ ਦਿਨ ਜਿੱਥੇ ਹੋਰ 94 ਸਕੂਲਾਂ ਦੇ ਬੱਚੇ ਸਟੇਜ ਉੱਤੇ ਜਾ ਕੇ ਹਾਰ ਪਾਉਣਗੇ, ਉਹਨਾਂ 'ਚੋਂ ਮੇਰਾ ਜੋਤੀ ਵੀ ਹੋਵੇਗਾ। ਜਦ ਇਸ ਦਾ ਨਾਂ ਬੋਲਿਆ ਜਾਵੇਗਾ ਤਾਂ ਜੋਤੀ ਪ੍ਰਸਾਦ ਸਪੁੱਤਰ ਲਾਲਾ ਜੁਗਲ ਪ੍ਰਸਾਦ ਤਾਂ ਉੱਥੇ ਬੈਠੇ ਹੋਰ ਪਤਵੰਤਿਆਂ ਨੇ ਮੰਤਰੀਆਂ ਨੂੰ ਪਤਾ ਲੱਗੇਗਾ ਕਿ ਇਹ ਮੁੰਡਾ ਲਾਲਾ ਜੁਗਲ ਪ੍ਰਸਾਦ ਦਾ ਹੈ। ਫਿਲਮ ਲਈ ਜਾਏਗੀ, ਅਖਬਾਰ ਵਿੱਚ ਇਸ ਦਾ ਨਾਂ ਆਏਗਾ, ਹੋ ਸਕਦਾ ਹੈ ਇਸ ਦੀ ਤਸਵੀਰ ਵੀ ਆ ਜਾਏ। ਇਹ ਸੋਚ ਕੇ ਉਸਦੀਆਂ ਵਾਛਾਂ ਖਿੜ ਗਈਆਂ। ਉਹ ਆਪਣੇ ਆਪ ਨੂੰ ਦਿਲ ਹੀ ਦਿਲ ਵਿੱਚ ਇਸ ਗੱਲੋਂ ਸ਼ਾਬਾਸ਼ ਦੇਣ ਲੱਗਾ ਕਿ ਅੱਜ ਇੱਕ ਮੁੰਡੇ ਨੂੰ ਤਾਂ ਚੰਗੇ ਸਕੂਲ ਵਿੱਚ ਦਾਖਲ ਕਰਵਾਉਣ ਦੀ ਮੈਂ ਸਿਆਣਪ ਕੀਤੀ ਹੈ। ਜਿਹੜੀ ਸ਼ਾਨ ਮੇਰੇ 4 ਮੁੰਡੇ ਕੁੜੀਆਂ ਨੇ ਵੀ ਰਲ ਕੇ ਨਹੀਂ ਵਧਾਈ ਸੀ, ਉਹ ਇਕੱਲੇ ਨੇ ਵਧਾ ਦਿੱਤੀ ਹੈ। ਘਰ ਵੜਦਿਆਂ ਸਾਰ ਹੀ ਉਸ ਦੇਵਕੀ ਨੂੰ ਬੁਲਾਇਆ ਅਤੇ ਬੜੇ ਮਾਣ ਅਤੇ ਉਤਸ਼ਾਹ ਨਾਲ ਜੁਗਲ ਪ੍ਰਸਾਦ ਨੇ ਉਸਨੂੰ ਦੱਸਿਆ, ਜੋਤੀ ਦੀ ਮਾਂ, ਮੈਂ ਨਿੱਕਰ ਦਾ ਕੱਪੜਾ ਖਰੀਦ ਕੇ ਦਰਜੀ ਨੂੰ ਦੇ ਆਇਆ ਹਾਂ ਅਤੇ ਸ਼ਨਿਚਰਵਾਰ ਦੀ ਪੱਕੀ ਕਰ ਆਇਆ ਹਾਂ। ਤੂੰ ਇਹ ਬੂਟ ਜੁਗਲ ਪ੍ਰਸਾਦ ਜੁਰਾਬਾਂ ਤੇ ਹਾਰ ਥੈਲੇ ਵਿੱਚ ਸਾਂਭ ਛੱਡ ਤੇ ਨਾਲੇ ਕਮੀਜ਼ ਕੱਲ ਜ਼ਰੂਰ ਬਣਾ ਛੱਡੀ। ਫਿਰ ਕੁਝ ਚੇਤੇ ਕਰਕੇ ਉਹ ਖੁਸ਼ੀ ਵਿੱਚ ਬੋਲਿਆ, ਜੋਤੀ ਦੀ ਮਾਂ, ਅੱਜ ਰੱਬ ਨੇ ਇੱਕ ਬੜਾ ਸਬੱਬ ਕਰ ਦਿੱਤਾ। ਮੈਂ ਜਦੋਂ ਇੱਥੋਂ ਛਪਦੀ ਅਖਬਾਰ ਦੇ ਦਫ਼ਤਰ ਕੋਲ ਲੰਘਿਆ ਤਾਂ ਖਿਆਲ ਆਇਆ ਕਿ ਪਤਾ ਕਰੀਏ ਜੇ ਉਸ ਜਨਮ ਸਮਾਗਮ ਸਮੇਂ ਜੋਤੀ ਦੇ ਹਾਰ ਪਾਉਣ ਦੀ ਫੋਟੋ ਦਾ ਪ੍ਰਬੰਧ ਹੋ ਸਕੇ। ਜਿਉਂ ਹੀ ਮੈਂ ਅੰਦਰ ਵੜਿਆ, ਫੋਟੋਗ੍ਰਾਫਰ ਕੈਮਰਾ ਲਟਕਾਈ ਬਾਹਰ ਆ ਰਿਹਾ ਸੀ। ਮੈਂ ਉਸ ਨਾਲ ਗੱਲ ਕੀਤੀ ਤੇ ਪਤਾ ਲੱਗਾ ਕਿ ਐਤਵਾਰ ਵਾਲੇ ਸਮਾਗਮ ਵਿੱਚ ਉਹੀ ਜਾ ਰਿਹਾ ਸੀ। ਮੈਂ ਉਸ ਦੇ ਨਾਲ ਵੀ ਗੱਲ ਕਰ ਆਇਆ ਹਾਂ ਕਿ ਰਿਪਬਲਿਕ ਸਕੂਲ ਦਾ KG ਜਮਾਤ ਦਾ ਪ੍ਰਤੀਨਿਧ ਮੇਰਾ ਮੁੰਡਾ ਮੰਤਰੀ ਜੀ ਨੂੰ ਹਾਰ ਪਾਏਗਾ। ਇਹ ਫੋਟੋ ਜ਼ਰੂਰ ਖਿੱਚੇ। ਦੇਵਕੀ ਦੇ ਮੂੰਹ ਵਿੱਚ ਕੁਝ ਚਿੰਤਾ ਤੇ ਨਿਸ਼ਾਨ ਵੇਖ ਕੇ ਆਪਣੀ ਖੁਸ਼ੀ ਵਿੱਚ ਬਿਨਾਂ ਕੋਈ ਫਰਕ ਪੈਣ ਦਿੱਤਿਆਂ ਉਹ ਝੱਟ ਬੋਲਿਆ, ਬਾਕੀ ਰਹੀ ਪੈਸਿਆਂ ਦੀ ਗੱਲ, ਫੋਟੋ ਬਣਨ ਤੀਕ 1 ਤਰੀਕ ਹੋ ਜਾਣੀ ਏ। ਭਲੀਏ ਲੋਕੇ, ਰੱਬ ਆਪ ਕਰਦਾ ਏ ਗਰੀਬਾਂ ਦਾ ਕੰਮ। ਹਾ ਹਾ ਹਾ। ਜੁਗਲ ਪ੍ਰਸਾਦ ਸਾਰੀ ਦੀ ਸਾਰੀ ਗੱਲ ਇੱਕੋ ਵਾਰੀ 'ਚ ਕਹਿ ਗਿਆ। ਫਿਰ ਕਦੀ ਪ੍ਰਾਪਤ ਹੋਈ ਖੁਸ਼ੀ ਅਜਿਹੇ ਅਵਸਰ ਤੋਂ ਪੂਰਾ ਲਾਭ ਉਠਾਉਂਦਿਆਂ ਉਹ ਹੱਸ ਕੇ ਦੋਹਰਾ ਹੋਣ ਲੱਗਾ। ਦੇਵਕੀ ਇਸ ਫੋਟੋ ਦੀ ਫਜ਼ੂਲ ਖਰਚੀ ਬਾਬਤ ਕੁਝ ਕਹਿਣਾ ਚਾਹੁੰਦੀ ਸੀ, ਪਰ ਫਿਰ ਪਤੀ ਦੇ ਰੰਗ ਵਿੱਚ ਭੰਗ ਪੈ ਜਾਣ ਡਰ ਵਜੋਂ ਕੁਝ ਨਾ ਬੋਲੀ ਤੇ ਉੱਠ ਕੇ ਬਾਹਰ ਚਲੀ ਗਈ। ਸਵੇਰੇ ਮੁੰਡੇ ਕੁੜੀਆਂ ਨੂੰ ਸਕੂਲ ਤੇ ਜੁਗਲ ਪ੍ਰਸਾਦ ਨੂੰ ਦਫ਼ਤਰ ਤੋਰ ਕੇ ਦੇਵਕੀ ਨੇ ਇੱਕ ਪੁਰਾਣੀ ਚਾਦਰ ਕੱਢੀ। ਪਹਿਲਾਂ ਤਾਂ ਉਸਨੂੰ ਚੰਗੀ ਤਰ੍ਹਾਂ ਜਾਂਚਿਆ ਪੜਤਾਲਿਆ, ਫਿਰ ਉਹਨੇ ਜਾਂਚ ਕੀਤੀ ਕਿ ਸਾਰੇ ਦਿਨ ਮਗਜ਼ ਪੱਚੀ ਕਰਕੇ ਗੁਆਂਢਣ ਦੀ ਮਸ਼ੀਨ ਤੇ ਸ਼ਾਮ ਤੱਕ ਮੁਸ਼ਕਲ ਨਾਲ ਜੋਤੀ ਦੀ ਕਮੀਜ਼ ਤਿਆਰ ਕਰ ਦਿੱਤੀ। ਉਧਰ ਜੁਗਲ ਪ੍ਰਸਾਦ ਨੇ 2 ਘੰਟਿਆਂ ਦੀ ਛੁੱਟੀ ਲਈ ਤੇ ਨਾਗਰਿਕ ਸਭਾ ਦੇ ਦਫ਼ਤਰ ਜਾ ਕੇ ਯਤਨ ਕੀਤਾ ਕਿਸੇ ਤਰ੍ਹਾਂ ਉਸਨੂੰ ਨਿਮੰਤਰਣ ਪੱਤਰ ਮਿਲ ਸਕੇ ਤਾਂ ਜੋ ਉਹ ਆਪਣੀਆਂ ਅੱਖਾਂ ਨਾਲ ਆਪਣੇ ਪਿਆਰੇ ਪੁੱਤਰ ਨੂੰ ਮਾਣ ਪ੍ਰਾਪਤ ਕਰਦਿਆਂ ਵੇਖ ਸਕੇ। ਪਰ ਉਸਨੂੰ ਪਤਾ ਲੱਗਾ ਕਿ ਉਸ ਸਮਾਗਮ ਵਿੱਚ ਵੱਡੇ ਰਾਜਨੀਤਿਕ ਆਗੂ, ਅਮੀਰ, ਲੱਖਾਪਤੀ, ਵੱਡੇ ਅਫਸਰਾਂ ਨੇ ਕੁਝ ਸੱਦੇ ਗਏ ਬੱਚੇ ਗਏ ਹੀ ਜਾ ਸਕਦੇ ਹਨ। ਉਹ ਸੋਚਿਆ ਕਿ ਮੈਂ ਇਹਨਾਂ ਵਿੱਚੋਂ ਕਿਸੇ ਗਿਣਤੀ ਵਿੱਚ ਨਹੀਂ ਆਉਂਦਾ। ਵਿਚਾਰਾ ਦਿਲ ਦੀਆਂ ਉਮੰਗਾਂ ਦਿਲ ਵਿੱਚ ਹੀ ਦਬੋਚ ਕੇ ਰਹਿ ਗਿਆ। ਐਤਵਾਰ ਦਾ ਦਿਨ ਆਇਆ। ਅੱਜ ਸਾਰੇ ਟੱਬਰ ਨੂੰ ਜੋਤੀ ਉੱਤੇ ਮਾਣ ਸੀ, ਜਿਸ ਕਰਕੇ ਸਾਰੇ ਉਸ ਨੂੰ ਤਿਆਰ ਕਰਨ ਵਿੱਚ ਜੁਟ ਗਏ। ਕੋਈ ਉਸ ਨੂੰ ਸਾਬਣ ਮਲ ਕੇ ਨਹਾ ਰਿਹਾ ਸੀ, ਕੋਈ ਨਿੱਕਰ ਕਮੀਜ਼ ਨੂੰ ਇਸਤਰੀ ਕਰ ਰਿਹਾ ਸੀ ਤੇ ਕੋਈ ਉਸਦੀ ਕੰਘੀ ਪੱਟੀ ਦੇ ਆਹਰ ਪਾਹਰ ਵਿੱਚ ਜੁਟਿਆ ਹੋਇਆ ਸੀ।
ਤਰਕਾਲਾਂ ਨੂੰ ਸਾਰਾ ਟੱਬਰ ਇਸ ਗੱਲ ਦਾ ਇੰਤਜ਼ਾਰ ਵਿੱਚ ਸੀ ਕਿ ਕਿਸ ਵੇਲੇ ਜੋਤੀ ਸਮਾਗਮ ਤੋਂ ਵਾਪਸ ਆਏ ਤਾਂ ਉਹ ਆਪਣੀ ਜ਼ੁਬਾਨੀ ਸਾਰੀ ਰੌਣਕ ਮਿਲ ਮਾਣ ਨੂੰ ਵਿਸਥਾਰ ਨਾਲ ਬਿਆਨ ਕਰ ਸਕੇ। ਜੁਗਲ ਪ੍ਰਸਾਦ 2 ਵਾਰੀ ਸੜਕ ਤੇ ਆਪ ਆ ਚੁੱਕਾ ਸੀ। ਬੱਚਿਆਂ ਨੂੰ ਵੇਖਣ ਲਈ ਸੜਕ ਤੇ ਭੇਜਣ ਦਾ ਤਾਂ ਅੰਤ ਹੀ ਕੋਈ ਨਹੀਂ ਸੀ, ਪਰ ਹਾਲ ਤੀਕ ਉਹ ਨਹੀਂ ਪਰਤਿਆ। ਆਖਰ ਦੂਰੋਂ ਵੇਖਿਆ ਕਿ ਉਸਦੀ ਪ੍ਰਿੰਸੀਪਲ ਜੋਤੀ ਨੂੰ ਆਪ ਨਾਲ ਲਿਆ ਰਹੀ ਸੀ। ਉਹ ਨਜ਼ਾਰਾ ਤੱਕ ਕੇ ਜੁਗਲ ਪ੍ਰਸਾਦ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ। ਦੇਵਕੀ ਦਾ ਧਿਆਨ ਉਸ ਵੱਲ ਖਿੱਚਿਆ। ਉਹ ਗਦਗਦ ਹੋ ਕੇ ਬੋਲਿਆ, ਆਖਰ ਸਾਰੇ ਸਕੂਲ ਦਾ ਲਾਇਕ ਬੱਚਾ ਜੂ ਹੋਇਆ। ਪ੍ਰਿੰਸੀਪਲ ਵੀ ਇਸ ਨਾਲ ਆਉਣਾ ਫਖਰ ਸਮਝਦੀ ਏ। ਉਹ ਵੇਖ ਕੇ ਘੜੀ ਮੁੜੀ ਜੋਤੀ ਨੂੰ ਵੱਲ ਉੱਠ ਕੇ ਉਸ ਨੂੰ ਘੁੱਟਦੀ ਗੱਲਾਂ ਕਰਦੀ ਏ। ਦੇਵਕੀ ਹੋਰ ਬੱਚਿਆਂ ਨੂੰ ਵੀ ਇਸ ਖੁਸ਼ੀ ਦੇ ਨਜ਼ਾਰੇ ਨੂੰ ਮਾਣਨ ਦਾ ਮੌਕਾ ਦੇਣ ਦੇ ਖਿਆਲ ਨਾਲ ਉਸ ਨੂੰ ਸੱਦਣ ਲਈ ਚਲੀ ਗਈ। ਪਰ ਨੇੜੇ ਆਉਣ ਤੇ ਜੁਗਲ ਪ੍ਰਸਾਦ ਨੇ ਦੇਖਿਆ ਜੋਤੀ ਡਸਕੋਰੇ ਭਰ ਰਿਹਾ ਸੀ। ਇਹ ਵੇਖ ਕੇ ਜੁਗਲ ਪ੍ਰਸਾਦ ਹੱਕਾ ਬੱਕਾ ਰਹਿ ਗਿਆ। ਇਸ ਦੀ ਗੱਲ ਸਮਝ ਨਹੀਂ ਆ ਰਹੀ ਸੀ। ਆਉਂਦਿਆਂ ਸਾਰ ਉਸ ਪ੍ਰਿੰਸੀਪਲ ਨੇ ਆਖਣਾ ਸ਼ੁਰੂ ਕਰ ਦਿੱਤਾ, ਮਿਸਟਰ ਜੁਗਲ ਪ੍ਰਸਾਦ, ਮੈਨੂੰ ਅਫਸੋਸ ਹੈ ਆਪ ਜੀ ਦੇ ਸਪੁੱਤਰ ਨੂੰ ਜੋਤੀ ਦਾ ਹਾਰ ਪਹਿਨਾਉਣ ਦਾ ਮਾਣ ਨਹੀਂ ਮਿਲ ਸਕਿਆ, ਕਿਉਂਕਿ ਸੇਠ ਲਖਪਤ ਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਮ ਬਦਲਵਾ ਲਿਆ ਤੇ ਮੈਂ ਤਾਂ ਉਸ ਨੇ ਮੇਰੀ ਤਾਂ ਇੱਕ ਨਾ ਸੁਣੀ, ਪਰ ਉਸ ਨੇ ਸਾਡੇ ਚੇਅਰਮੈਨ ਨੂੰ ਆਖ ਕੇ ਇਹ ਕੰਮ ਕਰਵਾ ਲਿਆ। ਤੁਸੀਂ ਜਾਣਦੇ ਹੋ ਕਿ ਮੈਂ ਤਾਂ ਮੁਲਾਜ਼ਮ ਹੀ ਹਾਂ। ਇਹ ਸਾਰਾ ਕੁਝ ਜੋਤੀ ਦੀ ਪ੍ਰਿੰਸੀਪਲ ਨੇ ਇੱਕੋ ਸਾਹ ਵਿੱਚ ਕਹਿ ਕੇ ਤੇ ਚਲੀ ਗਈ, ਜਿਵੇਂ ਕੋਈ ਮੁਸਾਫਰ ਆਉਣ ਵਾਲੇ ਤੂਫਾਨ ਦੀ ਮਾਰ ਤੋਂ ਬਚਣ ਲਈ ਖਿਸਕਣ ਦੀ ਕਰਦਾ ਹੈ। ਜੁਗਲ ਪ੍ਰਸਾਦ ਜਿਵੇਂ ਕੜ ਪਾੜ ਗਿਆ ਹੋਵੇ। ਉਸ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਜਾਪੀ। ਉਹ ਉੱਥੇ ਦਾ ਉੱਥੇ ਖੜੋਤਾ ਰਹਿ ਗਿਆ। ਉਸ ਇੰਜ ਮਹਿਸੂਸ ਕੀਤਾ ਜਿਵੇਂ ਕੋਈ ਮੋਟੀ ਗਰੋੜ ਵਾਲੇ ਨੇ ਉਸਦੇ ਅੰਦਰ ਪੈਟਰੋਲ ਛਿੜਕ ਪਿੱਛੋਂ ਤੀਲੀ ਬਾਲ ਕੇ ਉਸ ਦੀਆਂ ਸਧਰਾਂ ਉਮੀਦਾਂ ਨੂੰ ਫੂਕ ਦਿੱਤਾ। ਉਸ ਅੱਗ ਦਾ ਲਾਂਬੂ ਉਸਦੇ ਰੋਮ ਰੋਮ ਵਿੱਚੋਂ ਨਿਕਲ ਰਹੇ ਸਾੜ ਉਸਨੂੰ ਸਾੜ ਰਿਹਾ ਸੀ। ਅਚਾਨਕ ਉਸਦੀਆਂ ਅੱਖਾਂ ਵਿੱਚ ਲਹੂ ਨਿਕਲ ਆਇਆ। ਉਹ ਦ੍ਰਿੜਤਾ ਨਾਲ ਕਰ ਰਿਹਾ, ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰੇ ਪੁੱਤਰ ਦਾ ਜਨਮ ਦਿਨ ਏ। ਸਾਰੀ ਸੁੱਤੀ ਜੂਰਤ ਮੇਰੀ ਸੁੱਤੀ ਜੂਰਤ ਤੇ ਦਲੇਰੀ ਦਾ ਜਨਮ ਦਿਨ ਏ। ਮੈਂ ਵੇਖਾਂਗਾ ਕਿਵੇਂ ਕੋਈ ਗਰੀਬ ਦੀਆਂ ਸਧਰਾਂ ਉਮੀਦਾਂ ਨੂੰ ਲਿਤਾੜ ਦਾ ਜੁਰਤ ਕਰੇਗਾ। ਬਾਹਰ ਆ ਕੇ ਦੇਵਕੀ ਤੇ ਹੋਰ ਬੱਚਿਆਂ ਨੇ ਜੋਤੀ ਨੂੰ ਡਿਸਕੋਰੇ ਭਰਦਿਆਂ ਤੇ ਜੁਗਲ ਪ੍ਰਸਾਦ ਨੂੰ ਜੋਸ਼ ਅਤੇ ਗੁੱਸੇ ਵਿੱਚ ਭੜਕਦਿਆਂ ਦੇਖਿਆ ਤਾਂ ਉਸ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਸੋ ਬੱਚੇ, ਇਹਦੇ ਵਿੱਚ ਜਿਹੜਾ ਹੈ ਅਮੀਰ ਵਰਗ ਜਿਹੜਾ ਹੈ ਗਰੀਬ ਵਰਗ ਨੂੰ ਲਿਤਾੜਦਾ ਨਜ਼ਰ ਆਇਆ ਹੈ। ਸੋ ਬੱਚੇ, ਇਹ ਹੈ ਅੱਜ ਦਾ ਚੈਪਟਰ। ਹੈਵ ਅ ਨਾਈਸ, ਥੈਂਕ ਯੂ, ਹੈਵ ਅ ਨਾਈਸ ਡੇ।